Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਮਾਫੀ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਹਰ ਰੋਜ਼ ਵੀਡੀਓਜ਼ ਨਹੀਂ ਪਾ ਰਿਹਾ ਹਾਂ। ਕੰਮ ਦੇ ਵਿੱਚ ਕੁਝ ਜ਼ਿਆਦਾ ਵਿਅਸਤ ਹਾਂ, ਇਸ ਲਈ ਸਮਾਂ ਨਹੀਂ ਨਿਕਲਦਾ, ਪਰ ਜਿੰਨਾ ਵੀ ਨਿਕਲਦਾ ਹੈ ਕੋਸ਼ਿਸ਼ ਕਰੀਦੀ ਹੈ ਕਿ ਵੀਡੀਓ ਬਣਾ ਲਈ ਜਾਵੇ। ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 144ਵੇਂ ਅੰਗ ਦੀ ਵਿਆਖਿਆ ਸ਼ੁਰੂ ਕਰਦੇ ਹਾਂ। ਮਹਿਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ। ਜਿਸ ਤਰ੍ਹਾਂ ਕਿ ਤੁਹਾਨੂੰ ਯਾਦ ਹੋਏਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 143ਵੇਂ ਅੰਗ ਦੀਆਂ ਆਖਰੀ ਪੰਕਤੀਆਂ ਵੀ ਕੁਝ ਇਸ ਪ੍ਰਕਾਰ ਦੀਆਂ ਹੀ ਸਨ, ਜਿੱਥੇ ਗੁਰੂ ਜੀ ਇੱਕ ਉਸ ਪਰਮਾਤਮਾ ਦੀ ਸਿਫਤ ਕਰ ਰਹੇ ਸਨ। ਤੇ ਇਹ ਪੰਕਤੀਆਂ ਵੀ ਫਾਰਸੀ ਅੰਦਾਜ਼ ਦੇ ਵਿੱਚ ਲਿਖੀਆਂ ਗਈਆਂ ਨੇ। ਦਾਦੇ ਤੋਂ ਭਾਵ ਇਨਸਾਫ ਤੇ ਦੇਹੰਦ ਤੋਂ ਭਾਵ ਦੇਣ ਵਾਲੇ। ਤਾਂ ਗੁਰੂ ਜੀ ਕਹਿੰਦੇ ਕਿ ਨਾ ਹੀ ਇਨਸਾਫ ਕਰਨ ਵਾਲੇ ਭਾਵ ਕਿ ਦੂਜਿਆਂ ਦੇ ਝਗੜੇ ਨਿਬੇੜਨ ਵਾਲੇ ਆਦਮੀ ਸਦਾ ਟਿਕੇ ਰਹਿਣੇ ਹਨ, ਤੇ ਨਾ ਹੀ ਸਪਤ ਭਾਵ ਕਿ ਸੱਤ, ਜੇਰ ਜਿਮੀ ਤੋਂ ਭਾਵ ਪਤਾਲ, ਨਾ ਹੀ ਕਹਿੰਦੇ ਧਰਤੀ ਦੇ ਹੇਠਲੇ 7 ਪਤਾਲ ਹੀ ਸਦਾ ਰਹਿ ਸਕਦੇ ਹਨ। ਅਸਤ ਏਕ, ਸਦਾ ਟਿਕੇ ਰਹਿਣ ਵਾਲਾ ਸਿਰਫ ਇੱਕ ਤੂੰ ਪਰਮਾਤਮਾ ਹੈ, ਦਿਗਰ ਕੋਈ ਦੂਜਾ ਕੋਈ ਵੀ ਨਹੀਂ। ਇੱਕ ਤੂਈ ਕਿ ਸਦਾ ਕਾਇਮ ਰਹਿਣ ਵਾਲਾ ਸਿਰਫ ਤੂੰ ਹੀ ਹੈ। ਮਹਿਲਾ ਪਹਿਲਾ। ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਾ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੂਈ। ਸੂਰ ਤੋਂ ਭਾਵ ਸੂਰਜ, ਸਸ ਤੋਂ ਭਾਵ ਚੰਦਰਮਾ ਤੇ ਮੰਡਲ ਤੋਂ ਭਾਵ ਆਕਾਸ਼। ਕਹਿੰਦੇ ਨਾ ਸੂਰਜ, ਨਾ ਚੰਦਰਮਾ, ਨਾ ਦਿਖਦਾ ਹੋਇਆ ਆਕਾਸ਼, ਨਾ ਸਪਤ ਦੀਪ ਜਾਨੀ 7 ਦੀਪ, ਨਾ ਜਲੋ ਨਾ ਪਾਣੀ, ਅੰਨ ਪੌਣ ਥਿਰ ਨਾ ਕੋਈ, ਨਾ ਹੀ ਅੰਨ ਤੇ ਨਾ ਹੀ ਹਵਾ, ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਸਦਾ ਕਾਇਮ ਰਹਿਣ ਵਾਲਾ ਸਿਰਫ ਤੇ ਸਿਰਫ ਇੱਕ ਪਰਮਾਤਮਾ ਤੂੰ ਹੀ ਹੈ। ਮਹਿਲਾ ਪਹਿਲਾ। ਨਾ ਰਿਜ਼ਕ ਦਸਤ ਆਕਸੇ, ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ, ਏਕ ਤੂਈ। ਰਿਜ਼ਕ ਤੋਂ ਭਾਵ ਖਾਣ ਪੀਣ, ਅੰਨ ਪਾਣੀ, ਜੋ ਸਾਡੇ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ। ਦਸਤ ਤੋਂ ਭਾਵ ਹੱਥ, ਤੇ ਦਸਤ ਆ ਕਸੇ ਮਤਲਬ ਕਿਸੇ ਹੋਰ ਦੇ ਹੱਥ ਵਿੱਚ। ਤਾਂ ਗੁਰੂ ਜੀ ਕਹਿੰਦੇ ਨਾ ਰਿਜ਼ਕ ਦਸਤ ਆ ਕਸੇ, ਕਿ ਜੀਵਾਂ ਦਾ ਜੋ ਰਿਜ਼ਕ ਹੈ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਹੈ। ਹਮਾਰਾ ਏਕ ਆਸ ਵਸੇ, ਸਭ ਜੀਵਾਂ ਨੂੰ ਬਸ ਸਿਰਫ ਇੱਕ ਪਰਮਾਤਮਾ ਤੋਂ ਆਸ ਹੈ, ਕਿਉਂਕਿ ਅਸਤ ਏਕ ਦਿਗਰ ਕੋਈ, ਸਦਾ ਕਾਇਮ ਰਹਿਣ ਵਾਲਾ ਸਿਰਫ ਉਹ ਇੱਕ ਪਰਮਾਤਮਾ ਹੈ, ਦੂਜਾ ਕੋਈ ਵੀ ਨਹੀਂ ਹੈ। ਮਹਿਲਾ ਪਹਿਲਾ। ਪ੍ਰੰਦਏ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੋਈ, ਏਕ ਤੂਈ। ਪ੍ਰੰਦਏ ਤੋਂ ਭਾਵ ਪਰਿੰਦੇ ਮਤਲਬ ਪੰਛੀ। ਕਹਿੰਦੇ ਪੰਛੀਆਂ ਦੇ ਪੱਲੇ ਕੋਈ ਧਨ ਨਹੀਂ ਹੈ। ਜਰ ਤੋਂ ਭਾਵ ਧਨ, ਪ੍ਰੰਦਏ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਆਬ ਤੋਂ ਭਾਵ ਪਾਣੀ, ਆਸ ਤੋਂ ਭਾਵ ਕਿ ਆਸਰਾ ਰੱਖਣਾ। ਕਹਿੰਦੇ ਉਹ ਦਰਖਤਾਂ ਦਾ ਤੇ ਪਾਣੀ ਦਾ ਆਸਰਾ ਲੈਂਦੇ ਨੇ। ਦੇਹੰਦ ਸੋਈ, ਜਿਹੜੇ ਕਿ ਉਸ ਪਰਮਾਤਮਾ ਨੇ ਉਹਨਾਂ ਪੰਛੀਆਂ ਨੂੰ ਬਖਸ਼ੇ ਹੋਏ ਨੇ, ਦਿੱਤੇ ਹੋਏ ਨੇ। ਮਹਿਲਾ ਪਹਿਲਾ। ਨਾਨਕ ਲਿਲਾਰ ਲਿਖਿਆ ਸੋਏ, ਮੇਟ ਨਾ ਸਾਕੈ ਕੋਏ, ਕਲਾ ਧਰੈ ਹਿਰੈ ਸੂਈ, ਏਕ ਤੂਈ। ਹੇ ਨਾਨਕ, ਜੀਵਾਂ ਦੇ ਮੱਥਿਆਂ ਦੇ ਉੱਤੇ ਲੇਖ ਲਿਖਣ ਵਾਲਾ ਸਿਰਫ ਤੇ ਸਿਰਫ ਉਹ ਇੱਕ ਪਰਮਾਤਮਾ ਹੈ, ਤੇ ਉਹਦੇ ਲਿਖੇ ਹੋਏ ਲੇਖਾਂ ਨੂੰ ਕੋਈ ਮਿਟਾ ਨਹੀਂ ਸਕਦਾ। ਲਿਲਾਰ ਤੋਂ ਭਾਵ ਮੱਥੇ ਉੱਤੇ। ਕਲਾ ਧਰੈ ਹਿਰੈ ਸੂਈ, ਕਲਾ ਤੋਂ ਭਾਵ ਸੱਤਿਆ ਜਾਣੀ ਕਿ ਜਾਨ, ਹਿਰੈ ਤੋਂ ਭਾਵ ਚੁਰਾ ਲੈਣੀ, ਧਰੈ ਤੋਂ ਭਾਵ ਦੇ ਦੇਣੀ। ਕਹਿੰਦੇ ਜੀਵਾਂ ਦੇ ਵਿੱਚ ਜਾਨ ਪਾਉਣ ਵਾਲਾ ਵੀ ਉਹ ਪਰਮਾਤਮਾ ਹੈ, ਤੇ ਉਹਨਾਂ ਤੋਂ ਜਾਨ ਖੋਹਣ ਵਾਲਾ ਵੀ ਉਹ ਪਰਮਾਤਮਾ ਹੈ। ਉਹ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਏਕ ਤੂਈ ਕਿ ਜੀਵਾਂ ਨੂੰ ਜੀਵਨ ਤੇ ਮ੍ਰਿਤਿੂ ਦੇਣ ਵਾਲਾ ਸਿਰਫ ਤੇ ਸਿਰਫ ਤੂੰ ਪਰਮਾਤਮਾ ਹੈ। ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ,
ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਸੱਚਾ ਤੇਰਾ ਹੁਕਮ ਭਾਵ ਕਿ ਹੇ ਪ੍ਰਮਾਤਮਾ ਤੇਰਾ ਜੋ ਹੁਕਮ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ। ਤੇ ਗੁਰਮੁਖ ਜਾਣਿਆ, ਪਰ ਇਸ ਭੇਦ ਨੂੰ ਕੋਈ ਗੁਰਮੁਖ ਹੀ ਜਾਣ ਪਾਉਂਦਾ ਹੈ। ਤੇ ਉਹ ਗੁਰਮੁਖ ਆਪਣਾ ਆਪਾ ਗਵਾ ਕੇ ਉਸ ਪ੍ਰਮਾਤਮਾ ਨੂੰ ਪਛਾਣਦਾ ਹੈ। ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ। ਕਹਿੰਦੇ ਤੇਰਾ ਦਰਬਾਰ ਵੀ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਪਰ ਉਹਦੇ ਤੱਕ ਪਹੁੰਚਣ ਦਾ ਰਸਤਾ ਸ਼ਬਦ ਵਿਖਾਉਂਦਾ ਹੈ। ਨਿਸ਼ਾਨਿਆਂ ਤੋਂ ਭਾਵ ਰਾਹਦਾਰੀ, ਇੱਕ ਰਸਤਾ ਵਿਖਾਉਣ ਵਾਲਾ, ਤੇ ਸ਼ਬਦ ਤੋਂ ਭਾਵ ਗੁਰੂ ਦੇ ਸ਼ਬਦ। ਕਹਿੰਦੇ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਕਿ ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਪਰ ਉਸ ਦਰਬਾਰ ਦਾ ਜੋ ਰਾਹ ਹੈ ਗੁਰੂ ਦੇ ਸ਼ਬਦ ਰਾਹੀਂ ਪਤਾ ਲੱਗਦਾ ਹੈ। ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ ਉਹ ਉਸ ਸੱਚੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਏ ਹਨ, ਸਮਾ ਗਏ ਹਨ। ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸਤਾ ਅੰਦਰ ਬਾਸ ਸਾਧਨਾ ਜਾਣਿਆ। ਜੋ ਮਨਮੁਖ ਨੇ ਉਹ ਸਦਾ ਕੂੜੇ ਦਾ ਹੀ ਵਪਾਰ ਕਰਦੇ ਨੇ ਤੇ ਭਰਮ ਭੁਲਾਣਿਆ ਭਾਵ ਕਿ ਭਰਮਾਂ ਦੇ ਵਿੱਚ ਪੈ ਕੇ ਭਟਕਦੇ ਫਿਰਦੇ ਰਹਿੰਦੇ ਨੇ। ਇੰਜ ਜਾਪ ਲਓ ਕਿ ਉਹਨਾਂ ਦਾ ਵਸੇਵਾ ਗੰਧ ਦੇ ਵਿੱਚ ਹੀ ਰਹਿੰਦਾ ਹੈ ਤੇ ਆਨੰਦ ਦਾ ਕੀ ਸਵਾਦ ਹੈ ਉਹਨਾਂ ਨੂੰ ਸਮਝ ਦੇ ਵਿੱਚ ਨਹੀਂ ਪੈਂਦਾ। ਵਿਸਟਾ ਤੋਂ ਭਾਵ ਗੰਧ, ਵਿਸਟਾ ਅੰਦਰ ਵਾਸ ਸਾਧ ਨਾ ਜਾਣਿਆ। ਸਾਧ ਤੋਂ ਭਾਵ ਸਵਾਦ, ਕਿ ਉਹ ਗੰਧ ਦੇ ਵਿੱਚ ਰਹਿੰਦੇ ਹੋਏ ਉਸੇ ਗੰਧ ਦੇ ਉਸੇ ਕੂੜੇ ਦੇ ਹੀ ਆਦੀ ਹੋ ਗਏ ਹਨ ਮਨਮੁਖ। ਉਹਨਾਂ ਨੂੰ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ ਆਨੰਦ ਆਉਂਦਾ ਹੈ, ਜਿਹੜਾ ਉਹਦੀ ਸਮਝ ਨਹੀਂ ਹੈ, ਉਸ ਦਾ ਸਵਾਦ ਉਹਨਾਂ ਨੂੰ ਪਤਾ ਨਹੀਂ ਹੈ। ਬਿਨ ਨਾਮੈ ਦੁੱਖ ਪਾਏ ਆਵਨ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਜੋ ਮਨਮੁਖ ਨੇ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖਾਂ ਦੇ ਵਿੱਚ ਪਏ ਰਹਿੰਦੇ ਨੇ ਤੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਭਟਕਦੇ ਰਹਿੰਦੇ ਨੇ। ਹੇ ਨਾਨਕ, ਪਰਖਣ ਵਾਲਾ ਉਹ ਪ੍ਰਮਾਤਮਾ ਆਪ ਹੈ ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ, ਭਾਵ ਕਿ ਉਹ ਆਪ ਜਾਣਦਾ ਹੈ ਕਿ ਕੌਣ ਖੋਟਾ ਹੈ ਕੌਣ ਖਰਾ ਹੈ, ਤੇ ਅਸਲ ਦੇ ਵਿੱਚ ਉਹ ਆਪ ਹੀ ਲੋਕਾਂ ਨੂੰ, ਜੀਵਾਂ ਨੂੰ ਖੋਟੇ ਤੇ ਖਰੇ ਬਣਾਉਂਦਾ ਹੈ। ਸ਼ਲੋਕ ਮਹਿਲਾ ਪਹਿਲਾ। ਸੀਹਾ ਬਾਜਾ ਚਰਗਾ ਕੁਹੀਆ, ਇਨਾ ਖਵਾਲੇ ਘਾਹ, ਘਾਹੋ ਖਾਨ ਤਿਨਾ ਮਾਸ ਖਵਾਲੇ, ਇਹ ਚਲਾਏ ਰਾਹ। ਕਹਿੰਦੇ ਉਹ ਪ੍ਰਮਾਤਮਾ ਇੰਨਾ ਤਾਕਤਵਰ ਹੈ ਕਿ ਸ਼ੇਰ, ਸੀਹਾਂ ਤੋਂ ਭਾਵ ਸ਼ੇਰ, ਬਾਜ, ਚਰਗਾ, ਕੁਈਆਂ ਆਦਿਕ ਜਿਹੜੇ ਮਾਸਾਹਾਰੀ ਜੀਵ ਨੇ, ਮਾਸਾਹਾਰੀ ਜਾਨਵਰ ਨੇ, ਕਹਿੰਦੇ ਪ੍ਰਮਾਤਮਾ ਦੇ ਵਿੱਚ ਇੰਨੀ ਤਾਕਤ ਹੈ ਕਿ ਉਹਨਾਂ ਨੂੰ ਘਾਹ ਖਾਣ ਲਾ ਸਕਦਾ ਹੈ। ਤੇ ਜਿਹੜੇ ਘਾਹ ਖਾਂਦੇ ਨੇ, ਘਾਹੋ ਖਾਨ ਤਿਨਾ ਮਾਸ ਖਵਾਲੇ, ਤੇ ਉਹਨਾਂ ਨੂੰ ਮਾਸ ਖਾਣ ਵੀ ਲਾ ਸਕਦਾ ਹੈ। ਇਹ ਚਲਾਏ ਰਾਹ, ਇਹ ਪ੍ਰਮਾਤਮਾ ਦੇ ਬਣਾਏ ਹੋਏ ਰਾਹ ਨੇ, ਜਿੱਧਰ ਨੂੰ ਚਾਹੇ ਉਹ ਜੀਵ ਨੂੰ ਤੋਰ ਸਕਦਾ ਹੈ। ਨਦੀਆਂ ਵਿੱਚ ਟਿੱਬੇ ਦਿਖਾਲੇ, ਥੱਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆ। ਪ੍ਰਮਾਤਮਾ ਦੀ ਤਾਕਤ ਇੰਨੀ ਹੈ ਕਿ ਉਹ ਨਦੀਆਂ ਦੇ ਵਿੱਚ ਟਿੱਬੇ ਦਿਖਾ ਸਕਦਾ ਹੈ ਤੇ ਥਲੀ ਭਾਵ ਕਿ ਟਿੱਬਿਆਂ ਦੇ ਵਿੱਚ ਅਸਗਾਹ ਕਰ ਸਕਦਾ ਹੈ, ਡੂੰਘੇ ਪਾਣੀ ਬਣਾ ਸਕਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਜੇ ਪਰਮਾਤਮਾ ਦੀ ਮਿਹਰ ਹੋਵੇ ਤਾਂ ਕੀੜੇ ਨੂੰ ਵੀ ਪਾਤਸ਼ਾਹੀ ਤੇ ਥਾਪਿਆ ਜਾ ਸਕਦਾ ਹੈ, ਕੀੜੇ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਤੇ ਲਸਕਰ ਕਰੇ ਸੁਆਹ, ਤੇ ਬਾਦਸ਼ਾਹੀਆਂ ਦੇ ਉੱਤੇ ਬੈਠੇ ਹੋਏ ਵੱਡੇ ਵੱਡੇ ਫੌਜਾਂ ਦੇ ਲਸ਼ਕਰਾਂ ਦੇ ਮਾਲਕਾਂ ਨੂੰ ਸੁਆਹ ਕਰ ਦਿੰਦਾ ਹੈ। ਜੇਤੇ ਜੀ ਜੀਵੈ ਲੈ ਸਾਹਾ, ਜਿਵਾਲੇ ਤਾਕੇ ਅਸਾ, ਨਾਨਕ ਜੀਓ ਜਿਉ ਸੱਚੇ ਭਾਵੈ, ਤਿਉ ਤੋਂ ਦੇ ਗਿਰਾ। ਕਹਿੰਦੇ ਜਿੰਨੇ ਵੀ ਜੀਵ ਨੇ, ਜੇਤੇ ਜੀ ਜੀਵੈ ਲੈ ਸਾਹਾ, ਸਾਹ ਲੈ ਕੇ ਜਿਉਂਦੇ ਨੇ, ਜਿਵਾਲੇ ਤਾ ਕੇ ਅਸਾ। ਕਹਿੰਦੇ ਜੇ ਉਹ ਪ੍ਰਮਾਤਮਾ ਦਾ ਹੁਕਮ ਹੋ ਜਾਏ ਕਿ ਉਹਨਾਂ ਦੀ ਜੀਵਨ ਲੀਲਾ ਖਤਮ ਹੋਣੀ ਹੈ ਤਾਂ ਸਾਹਾਂ ਦਾ ਵੀ ਕੀ ਵਸਾਹ ਹੈ। ਤੇ ਅੱਗੇ ਕਹਿੰਦੇ ਕਿ ਨਾਨਕ ਜਿਉ ਜਿਉ ਸੱਚੇ ਭਾਵੈ, ਤਿਉ ਤਿਉ ਦੇ ਗਿਰਹਾ। ਗਿਰਹਾ ਤੋਂ ਭਾਵ ਰੋਜ਼ੀ, ਰਿਜ਼ਕ, ਖਾਣਾ, ਅੰਨ, ਜੋ ਵੀ ਕਹਿ ਲਈਏ ਕਿ ਹੇ ਨਾਨਕ, ਜਿਵੇਂ ਜਿਵੇਂ ਉਸ ਪ੍ਰਮਾਤਮਾ ਦੀ ਰਜ਼ਾ ਹੈ ਤਿਵੇਂ ਤਿਵੇਂ ਉਹ ਜੀਵਾਂ ਨੂੰ ਰੋਜ਼ੀ ਦਿੰਦਾ ਹੈ। ਮਹਿਲਾ ਪਹਿਲਾ। ਇੱਕ ਮਾਸਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛਤੀ ਅੰਮ੍ਰਿਤ ਪਾਹੇ। ਤ੍ਰਿਣ ਤੋਂ ਭਾਵ ਘਾਹ। ਕਹਿੰਦੇ ਇੱਕ ਮਾਸਹਾਰੀ, ਕਈ ਜੀਵ ਮਾਸ ਖਾਣ ਵਾਲੇ ਹਨ, ਤੇ ਇੱਕ ਤ੍ਰਿਣ ਖਾਹੇ, ਤੇ ਕਈ ਘਾਹ ਖਾਂਦੇ ਹਨ। ਇੱਕ ਨਾ ਛਤੀ ਅੰਮ੍ਰਿਤ ਪਾਹੇ,
ਪਾਹੇ ਤੋਂ ਭਾਵ ਮਿਲਣਾ, 36 ਅੰਮ੍ਰਿਤ ਤੋਂ ਭਾਵ ਕਿ 36 ਪ੍ਰਕਾਰ ਦੇ ਭੋਜਨ। ਤੇ ਕਈਆਂ ਪ੍ਰਾਣੀਆਂ ਨੂੰ ਕਈ ਕਿਸਮਾਂ ਦੇ ਸਵਾਦਲੇ ਭੋਜਨ ਖਾਣ ਨੂੰ ਮਿਲਦੇ ਹਨ। ਇਨਸਾਨ ਉਹਨਾਂ ਦੇ ਵਿੱਚੋਂ ਇੱਕ ਗਿਣਿਆ ਜਾ ਸਕਦਾ ਹੈ। ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਤੇ ਕਈ ਮਿੱਟੀ ਵਿੱਚ ਰਹਿ ਕੇ ਮਿੱਟੀ ਹੀ ਖਾਂਦੇ ਹਨ। ਇੱਕ ਪੌਣ ਸੁਮਾਰੀ ਪੌਣ ਸੁਮਾਰ। ਪੌਣ ਤੋਂ ਭਾਵ ਵੈਸੇ ਤਾਂ ਹਵਾ ਹੀ ਹੁੰਦਾ ਹੈ। ਜ਼ਿਆਦਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੌਣ ਤੋਂ ਭਾਵ ਹਵਾ ਹੀ ਲਿਆ ਗਿਆ ਹੈ, ਪਰ ਇਸ ਖਾਸ ਪੰਕਤੀ ਦੇ ਵਿੱਚ ਪੌਣ ਤੋਂ ਭਾਵ ਪ੍ਰਾਣਾਯਾਮ ਰੱਖਿਆ ਗਿਆ ਹੈ। ਪ੍ਰਾਣਾਯਾਮ ਇੱਕ ਯੋਗ ਸਾਧਨਾ ਜੋ ਹੈ। ਕਹਿੰਦੇ ਕਿ ਇੱਕ ਪੌਣ ਸੁਮਾਰੀ, ਪੌਣ ਸੁਮਾਰੀ ਤੋਂ ਭਾਵ ਪ੍ਰਾਣਾਯਾਮ ਦਾ ਅਭਿਆਸ ਕਰਨ ਵਾਲੇ, ਕਹਿੰਦੇ ਕਈ ਪ੍ਰਾਣਾਯਾਮ ਦਾ ਅਭਿਆਸ ਕਰਨ ਵਾਲੇ ਪੌਣ ਸੁਮਾਰ ਪ੍ਰਾਣਾਯਾਮ ਦੇ ਅਭਿਆਸ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਇੱਕ ਨਿਰੰਕਾਰੀ ਨਾਮ ਆਧਾਰ। ਤੇ ਦੂਜੇ ਪਾਸੇ ਕਈ ਐਸੇ ਲੋਕ ਨੇ, ਕਈ ਐਸੇ ਜੀਵ ਨੇ ਜਿਹੜੇ ਉਸ ਨਿਰੰਕਾਰ ਪ੍ਰਮਾਤਮਾ ਦੇ ਉਪਾਸ਼ਕ ਨੇ ਤੇ ਉਹਦੇ ਨਾਮ ਦੇ ਆਸਰੇ ਹੀ ਜਿਉਂਦੇ ਨੇ। ਜੀਵੈ ਦਾਤਾ ਮਰੈ ਨਾ ਕੋਇ, ਨਾਨਕ ਮੁਠੈ ਜਾਹੇ ਨਾਹੀ ਮਨ ਸੋਈ। ਜਿਹੜਾ ਮਨੁੱਖ ਇਸ ਗੱਲ ਨੂੰ ਯਾਦ ਰੱਖਦਾ ਹੈ ਤੇ ਇਸ ਗੱਲ ਨੂੰ ਮੰਨਦਾ ਹੈ ਕਿ ਜੋ ਪ੍ਰਮਾਤਮਾ ਹੈ ਉਹੀ ਸਾਨੂੰ ਜਿਉਂਦੇ ਰੱਖਣ ਵਾਲਾ ਹੈ, ਉਹੀ ਸਾਨੂੰ ਜੀਵਨ ਬਖਸ਼ਣ ਵਾਲਾ ਹੈ, ਉਹ ਕਦੇ ਵੀ ਆਤਮਕ ਮੌਤੇ ਨਹੀਂ ਮਰਦਾ। ਤੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪ੍ਰਮਾਤਮਾ ਨਹੀਂ ਹੈ, ਨਾ ਹੀ ਮਨ ਸੋਏ, ਨਾਨਕ ਮੁੱਠੇ ਜਾਹੇ। ਮੁੱਠੇ ਤੋਂ ਭਾਵ ਠੱਗੇ ਜਾਣਾ, ਕਹਿੰਦੇ ਉਹ ਠੱਗੇ ਜਾ ਰਹੇ ਨੇ। ਉਹਨਾਂ ਦੇ ਮਨ ਦੀ ਸ਼ਾਂਤੀ ਤੇ ਆਨੰਦ ਸਦਾ ਠੱਗਿਆ ਜਾ ਰਿਹਾ ਹੈ, ਪਲ ਪਲ ਠੱਗਿਆ ਜਾ ਰਿਹਾ ਹੈ। ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਧਿਆਈਐ। ਕਹਿੰਦੇ ਪੂਰੇ ਗੁਰੂ ਦੀ ਦੱਸੀ ਹੋਈ ਕਾਰ ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ। ਜੇ ਗੁਰੂ ਦਾ ਹੱਥ ਸਿਰ ਦੇ ਉੱਤੇ ਹੋਵੇ, ਗੁਰੂ ਦੀ ਮਿਹਰ ਸਾਡੇ ਉੱਪਰ ਹੋਵੇ, ਉਸ ਪ੍ਰਮਾਤਮਾ ਦਾ ਸਾਥ ਸਾਡੇ ਨਾਲ ਹੋਵੇ, ਤਾਂ ਹੀ ਅਸੀਂ ਗੁਰੂ ਦੀ ਦੱਸੀ ਹੋਈ ਸੇਵਾ ਕਰ ਸਕਦੇ ਹਾਂ। ਜੋ ਗੁਰਮੁਖ ਹੈ ਉਹ ਆਪਣਾ ਆਪ ਗਵਾ ਕੇ ਉਸ ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ। ਗੁਰਮਤੀ ਆਪ ਗਵਾਏ ਨਾਮ ਧਿਆਈਐ। ਦੂਜੀ ਕਾਰੈ ਲਗ ਜਨਮ ਗਵਾਈਐ, ਵਿਣ ਨਾਮੈ ਸਭ ਵਿਸ ਪਹਿਜੈ ਖਾਈਐ। ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ, ਪ੍ਰਮਾਤਮਾ ਦੀ ਬੰਦਗੀ ਨੂੰ ਵਿਸਾਰ ਕੇ ਹੋਰ ਕੰਮਾਂ ਦੇ ਵਿੱਚ ਰੁੱਝਿਆ ਮਨੁੱਖਾ ਜਨਮ ਵਿਅਰਥ ਜਾਂਦਾ ਹੈ। ਕਿਉਂਕਿ ਨਾਮ ਨੂੰ ਵਿਸਾਰ ਕੇ ਜੋ ਕੁਝ ਵੀ ਪੈਨੀ ਖਾਈਦਾ ਹੈ, ਪਹਿਜੈ ਖਾਈਏ, ਬਿਨ ਨਾਮੈ ਸਭ ਵਿਸ। ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਸਾਰਾ ਕੁਝ ਜ਼ਹਿਰ ਸਮਾਨ ਹੋ ਜਾਂਦਾ ਹੈ। ਹੁਣ ਜੇਕਰ ਅਸੀਂ ਉੱਪਰੋਂ ਇਸ ਪੰਕਤੀ ਨੂੰ ਵੇਖੀਏ ਤਾਂ ਅਸੀਂ ਇਹ ਸੋਚ ਸਕਦੇ ਹਾਂ ਕਿ ਕੰਮਕਾਰ ਕੀਤੇ ਬਿਨਾਂ ਕਿਵੇਂ ਸਰ ਸਕਦਾ ਹੈ, ਕਿ ਇਹ ਚੀਜ਼ ਸੰਭਵ ਨਹੀਂ ਹੈ ਕਿ ਮਨੁੱਖ ਸਾਰਾ ਦਿਨ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਹੀ ਜੁੜਿਆ ਰਹੇ ਤੇ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਨਾ ਪਵੇ। ਕਿਉਂਕਿ ਫਿਰ ਉਹ ਕਮਾਏਗਾ ਕੀ ਤੇ ਖਾਏਗਾ ਕੀ। ਸਾਡੀ ਦੁਨੀਆ ਦਾ ਜੋ ਸਿਸਟਮ ਹੈ ਉਹ ਇਦਾਂ ਦਾ ਬਣਿਆ ਹੋਇਆ ਹੈ ਕਿ ਇਨਸਾਨ ਨੂੰ ਕੰਮਕਾਰ ਕਰਨਾ ਪੈਂਦਾ ਹੈ। ਪਰ ਇਸ ਪੰਕਤੀ ਦੇ ਵਿੱਚ ਸੱਚਾਈ ਵੀ ਹੈ। ਉਹ ਇਹ ਹੈ, ਗੁਰੂ ਜੀ ਜੋ ਨੇ ਪੂਰੀ ਬਾਣੀ ਦੇ ਵਿੱਚ ਹੀ ਤੁਸੀਂ ਦੇਖੋਗੇ, ਵਾਰ-ਵਾਰ ਵੇਖੋਗੇ ਕਿ ਤੁਹਾਡੇ ਮਨ ਦੀ ਗੱਲ ਕਰਦੇ ਨੇ। ਸੋ ਇੱਥੇ ਮਨ ਦੀ ਸ਼ਾਂਤੀ ਦੀ ਗੱਲ ਹੋ ਰਹੀ ਹੈ। ਜਿਹੜੀ ਸ਼ਾਂਤੀ ਤੁਹਾਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਮਿਲਣੀ ਹੈ, ਉਹ ਦੁਨਿਆਵੀ ਕੰਮਾਂ ਦੇ ਵਿੱਚ ਰੁੱਝੇ ਰਹਿ ਕੇ ਨਹੀਂ ਮਿਲ ਸਕਦੀ। ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ, ਤੁਸੀਂ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ। ਜਿੰਨੀਆਂ ਮਰਜ਼ੀ ਉਪਲਬਧੀਆਂ ਪਾ ਲਓ, ਤਰੱਕੀਆਂ ਕਰ ਲਓ, ਤੁਹਾਡਾ ਮਨ ਜੋ ਹੈ ਉਹ ਉਦੋਂ ਹੋਰ ਜ਼ਿਆਦਾ ਚਾਹਤਾਂ ਕਰਨ ਲੱਗ ਜਾਏਗਾ, ਪਰ ਸ਼ਾਂਤ ਨਹੀਂ ਹੋਏਗਾ, ਆਨੰਦ ਨਹੀਂ ਪ੍ਰਾਪਤ ਕਰ ਪਾਏਗਾ। ਤਾਂ ਉਸ ਆਨੰਦ ਨੂੰ ਪ੍ਰਾਪਤ ਕਰਨ ਦਾ ਜੋ ਸਾਧਨ ਹੈ ਉਹ ਉਸ ਪ੍ਰਮਾਤਮਾ ਦੀ ਬੰਦਗੀ ਹੈ। ਗੁਰੂ ਜੀ ਨੇ ਇਹ ਗੱਲ ਜੇ ਕਹੀ ਹੈ ਕਿ ਮਨੁੱਖਾ ਜਨਮ ਅਸੀਂ ਵਿਅਰਥ ਗਵਾ ਰਹੇ ਹਾਂ, ਤਾਂ ਤੁਹਾਡੇ ਮਨ ਦੀ ਸਥਿਤੀ ਤੋਂ ਕਹੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਆਪਣੇ ਮਨ ਨੂੰ ਅਸ਼ਾਂਤ ਰੱਖ ਕੇ ਜਿਉਂ ਰਹੇ ਹਾਂ, ਇਹਦਾ ਮਤਲਬ ਕਿ ਅਸੀਂ ਆਪਣੀ ਜ਼ਿੰਦਗੀ ਵਿਅਰਥ ਗਵਾ ਰਹੇ ਹਾਂ। ਜੇਕਰ ਤੁਸੀਂ ਆਪਣੇ ਕੰਮਕਾਰ ਦੇ ਵਿੱਚ ਰੁੱਝੇ ਹੋਏ ਵੀ ਆਪਣੇ ਮਨ ਨੂੰ ਸ਼ਾਂਤ ਰੱਖ ਪਾ ਰਹੇ ਹੋ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣਾ ਜਨਮ ਵਿਅਰਥ ਨਹੀਂ ਗਵਾ ਰਹੇ। ਕੰਮਕਾਰ ਛੱਡ ਕੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਣਾ ਹੀ ਇੱਕੋ ਇੱਕ ਸਾਧਨ ਨਹੀਂ ਹੈ। ਮੇਨ ਮੁੱਦਾ, ਮੁੱਖ ਮਕਸਦ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ। ਸੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਵੀ ਆਪਣੇ ਮਨ ਨੂੰ ਸ਼ਾਂਤ ਰੱਖ ਪਾ ਰਹੇ ਹੋ, ਤਾਂ ਬਹੁਤ ਵਧੀਆ ਗੱਲ ਹੈ।
ਤੁਹਾਡਾ ਜਨਮ ਵਿਅਰਥ ਨਹੀਂ ਗਵਾਇਆ ਜਾ ਰਿਹਾ। ਦੂਜੀ ਜੋ ਵੇਖਣ ਵਾਲੀ ਗੱਲ ਇਸ ਪੰਕਤੀ ਦੇ ਵਿੱਚ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਦੂਜੀ ਕਾਰ ਹੈ। ਤਾਂ ਇਹ ਦੂਜੀ ਕਾਰ ਜੋ ਹੈ ਇਹ ਸ਼ਬਦ ਜ਼ਿਆਦਾਤਰ ਮਾਇਆ ਨਾਲ ਰਿਲੇਟਡ ਵਰਤੇ ਗਏ ਨੇ ਬਾਣੀ ਦੇ ਵਿੱਚ। ਜ਼ਰੂਰੀ ਨਹੀਂ ਹੈ ਕਿ ਜੇਕਰ ਤੁਸੀਂ ਕੰਮਕਾਰ ਕਰਦੇ ਹੋ ਤਾਂ ਤੁਸੀਂ ਮਾਇਆ ਦੇ ਮੋਹ ਦੇ ਵਿੱਚ ਗ੍ਰਸਤ ਹੋ। ਮਾਇਆ ਦੇ ਮੋਹ ਦੇ ਵਿੱਚ ਗ੍ਰਸਤ ਅਸੀਂ ਉਦੋਂ ਕਹਿ ਸਕਦੇ ਹਾਂ ਜਦੋਂ ਬੰਦਾ ਸੰਤੁਸ਼ਟ ਨਹੀਂ ਹੈ, ਜਦੋਂ ਉਹਦੇ ਮਨ ਦੇ ਵਿੱਚ ਮਾਇਆ ਦੇ ਪ੍ਰਤੀ ਲਾਲਚ ਪੈਦਾ ਹੋਇਆ ਹੈ, ਉਦੋਂ ਉਹਦਾ ਮਨ ਅਸ਼ਾਂਤ ਰਹਿੰਦਾ ਹੈ, ਉਦੋਂ ਅਸਲ ਦੇ ਵਿੱਚ ਉਹ ਦੂਜੀ ਕਾਰੇ ਲੱਗਿਆ ਹੋਇਆ ਹੈ। ਜੇਕਰ ਕੋਈ ਬੰਦਾ ਮਿਹਨਤ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ ਤਾਂ ਉਹਨੂੰ ਅਸੀਂ ਦੂਜੀ ਕਾਰੇ ਲੱਗਿਆ ਨਹੀਂ ਕਹਿ ਸਕਦੇ। ਅੱਗੇ ਚੱਲਦੇ ਹਾਂ। ਕਹਿੰਦੇ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ, ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਆਈਐ। ਕਹਿੰਦੇ ਜਦੋਂ ਅਸੀਂ ਉਸ ਪਰਮਾਤਮਾ ਦਾ ਸੱਚਾ ਸ਼ਬਦ ਗਾਉਂਦੇ ਹਾਂ ਤਾਂ ਉਸ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਾਂ। ਸਤਿਗੁਰ ਨੂੰ ਸੇਵੇ ਬਿਨਾ, ਸਤਿਗੁਰੂ ਦੀ ਦੱਸੀ ਹੋਈ ਸੇਵਾ ਕੀਤੇ ਬਿਨਾ ਸੁੱਖ ਨਹੀਂ ਪਾਇਆ ਜਾਂਦਾ ਤੇ ਮੁੜ ਅਸੀਂ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਏ ਰਹਿੰਦੇ ਹਾਂ। ਸਾਡਾ ਮਨ ਜੋ ਹੈ ਉਹ ਸ਼ਾਂਤ ਨਹੀਂ ਹੋ ਪਾਉਂਦਾ, ਉਹ ਬਾਰ-ਬਾਰ ਵੱਖ-ਵੱਖ ਇਮੋਸ਼ਨਾਂ ਦੇ ਵਿੱਚ ਗੋਤੇ ਖਾਂਦਾ ਰਹਿੰਦਾ ਹੈ। ਦੁਨੀਆ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ। ਦੁਨੀਆ ਦਾ ਜੋ ਪਿਆਰ ਹੈ ਉਹ ਖੋਟੀ ਪੂੰਜੀ ਹੈ, ਇਹ ਕਮਾਈ ਕੂੜ ਦਾ ਵਪਾਰ ਹੈ। ਦੁਨੀਆ ਖੋਟੀ ਰਾਸ, ਰਾਸ ਤੋਂ ਭਾਵ ਪੂੰਜੀ, ਕੂੜ ਕਮਾਈ ਹੈ ਕਿ ਜਦੋਂ ਅਸੀਂ ਦੁਨੀਆ ਦੇ ਨਾਲ ਪਿਆਰ ਕਰਦੇ ਹਾਂ, ਦੁਨੀਆ ਦੇ ਮੋਹ ਦੇ ਵਿੱਚ ਪੈ ਜਾਂਦੇ ਹਾਂ। ਹੁਣ ਇੱਥੇ ਵੀ ਇਹ ਨਹੀਂ ਹੈ ਕਿ ਦੁਨੀਆ ਦੇ ਨਾਲ ਪਿਆਰ ਨਹੀਂ ਕਰਨਾ ਭਾਵ ਕਿ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਜਾਈਏ ਜਾਂ ਇੱਕ ਦੂਜੇ ਨਾਲ ਪਿਆਰ ਦੇ ਨਾਲ ਨਾ ਬੋਲੀਏ। ਦੁਨੀਆ ਦੇ ਮੋਹ ਤੋਂ ਭਾਵ ਹੈ ਕਿ ਤੁਹਾਡਾ ਇਸ ਦੁਨੀਆ ਤੋਂ ਜਾਣ ਨੂੰ ਦਿਲ ਨਹੀਂ ਕਰਦਾ, ਤੁਹਾਡਾ ਇੰਨਾ ਇਸ ਦੁਨੀਆ ਦੇ ਨਾਲ ਮੋਹ ਪਿਆ ਹੋਇਆ ਹੈ। ਉਹ ਚੀਜ਼ ਸਹੀ ਨਹੀਂ ਹੈ। ਜੇਕਰ ਉਹ ਹੈ ਤਾਂ ਤੁਸੀਂ ਕੂੜ ਦਾ ਵਪਾਰ ਕਰਦੇ ਪਏ ਹੋ। ਹੇ ਨਾਨਕ, ਨਿਰੋਲ ਸਦਾ ਥਿਰ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਤੇ ਇੱਥੋਂ ਇੱਜ਼ਤ ਦੇ ਨਾਲ ਜਾ। ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 144ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਪੂਰੀ ਵੀਡੀਓ ਨੂੰ ਵੇਖਣ ਦੇ ਲਈ, ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਸ਼ੁਰੂ ਕਰਦੇ ਹੋ ਵੀਡੀਓ ਨੂੰ ਤਾਂ ਐਂਡ ਤੱਕ ਜ਼ਰੂਰ ਵੇਖਿਆ ਕਰੋ, ਕਿਉਂਕਿ ਹੋ ਸਕਦਾ ਹੈ ਕਈ ਵਾਰ ਸ਼ੁਰੂਆਤੀ ਪੰਕਤੀਆਂ ਕਿਸੇ ਵੀ ਅੰਗ ਦੀਆਂ ਥੋੜ੍ਹੀਆਂ ਸਿੰਪਲ ਹੁੰਦੀਆਂ ਨੇ, ਪਰ ਵਿੱਚ ਕਈ ਬਹੁਤ ਵਧੀਆ ਗੱਲਾਂ ਵੀ ਸਾਨੂੰ ਵੇਖਣ ਸਿੱਖਣ ਨੂੰ ਮਿਲ ਜਾਂਦੀਆਂ ਨੇ। ਇਸੇ ਤਰ੍ਹਾਂ ਜੁੜੇ ਰਹੋ ਗੁਰੂ ਦੀ ਬਾਣੀ ਦੇ ਨਾਲ। ਤੁਹਾਡਾ ਬਹੁਤ-ਬਹੁਤ ਧੰਨਵਾਦ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।